ਹੈਲੋ, ਪ੍ਰੇਜ਼ ਦ ਲਾਰਡ, ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਇੱਕ ਵਾਰ ਫਿਰ ਸਮਾਂ ਦਿੱਤਾ ਕਿ ਅਸੀਂ ਪਰਮੇਸ਼ਵਰ ਪਿਤਾ ਦੀ ਮਹਿਮਾ ਦੇ ਲਈ ਅੱਜ ਇੱਕ ਵਾਰ ਫਿਰ ਤੁਹਾਡੇ ਸਨਮੁਖ ਆ ਸਕੀਏ। ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਪਰਮ ਪਿਤਾ ਪਰਮੇਸ਼ਵਰ ਦਾ ਜਿਸ ਨੇ ਆਪਣੇ ਵਚਨ ਦੇ ਰਾਹੀਂ ਤੁਹਾਡੇ ਤੱਕ ਅੱਜ ਪਹੁੰਚਾਇਆ ਹੈ। ਸ਼ੁਕਰਗੁਜ਼ਾਰ ਹਾਂ ਪਰਮੇਸ਼ਵਰ ਦੇ। ਔਰ ਅੱਜ ਦੇ ਵਚਨ ਨੂੰ ਜਾਣਨ ਦੇ ਲਈ ਅਸੀਂ ਇੱਕ ਆਇਤ ਪਰਮੇਸ਼ਵਰ ਦੇ ਵਚਨ 'ਚੋਂ ਪੜ੍ਹਾਂਗੇ। ਦੇਖਾਂਗੇ ਰਸੂਲਾਂ ਦੀ ਕਿਤਾਬ 13 ਦੀ 2 ਆਇਤ ਕੀ ਕਹਿੰਦੀ ਹੈ। ਇੱਥੇ ਲਿਖਿਆ ਹੈ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸ਼ਾਉਲ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨੂੰ ਬੁਲਾਇਆ ਹੈ। ਹਾਲੇਲੂਇਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਕਈ ਵਾਰ ਅਸੀਂ ਬਹੁਤ ਸਾਰੇ ਭੈਣ ਭਰਾ ਵੇਖਦੇ ਹਾਂ ਜੋ ਪਰਮੇਸ਼ਵਰ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਨੇ। ਪਰਮੇਸ਼ਵਰ ਦੀ ਸੇਵਾ, ਪਰਮੇਸ਼ਵਰ ਦੇ ਕੰਮ ਕਰਨ ਦੀ ਇੱਛਾ ਉਹਨਾਂ ਦੇ ਅੰਦਰ ਹੁੰਦੀ ਹੈ, ਪਰ ਕਿਵੇਂ ਉਸ ਨੂੰ ਕੀਤਾ ਜਾਵੇ ਜਾਂ ਕਿਵੇਂ ਅਸੀਂ ਉਸ ਦੀ ਸ਼ੁਰੂਆਤ ਕਰੀਏ ਇਸ ਦਾ ਕੁਝ ਵੀ ਪਤਾ ਨਹੀਂ ਚੱਲਦਾ। ਕਿਵੇਂ ਅਸੀਂ ਕਰ ਸਕਦੇ ਹਾਂ, ਇਸ ਨੂੰ ਜਾਣਨ ਦੇ ਲਈ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜੋ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਬੜੇ ਧਿਆਨ ਦੇ ਨਾਲ ਉਸ ਨੂੰ ਸੁਣੀਏ, ਕਿਉਂਕਿ ਪਰਮੇਸ਼ਵਰ ਅੱਜ ਆਪਣੇ ਵਚਨ ਦੇ ਰਾਹੀਂ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਸੇਵਕਾਈ ਦੇ ਕੰਮ ਨੂੰ ਨਹੀਂ ਸਮਝ ਪਾਉਂਦੇ ਔਰ ਉਸ ਲਈ ਬੜਾ ਬੋਝ ਮਨ ਦੇ ਵਿੱਚ ਰੱਖਦੇ ਨੇ ਕਿ ਮੈਂ ਵੀ ਸੇਵਾ ਕਰਨਾ ਚਾਹੁੰਦਾ ਪਰਮੇਸ਼ਵਰ ਦੀ, ਪਰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਕਰਾਂ, ਮੈਨੂੰ ਕੁਝ ਸਮਝ ਨਹੀਂ ਆਉਂਦੀ। ਤਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਅੱਜ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਬਾਈਬਲ ਬਿਆਨ ਕਰਦੀ ਹੈ, ਜਦੋਂ ਤੁਸੀਂ ਆਪਣਾ ਸਮਰਪਣ ਪਰਮੇਸ਼ਵਰ ਦੇ ਕੰਮ ਲਈ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇ ਜਾਂ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲ ਕਰੇ, ਤਾਂ ਤੁਹਾਨੂੰ ਇਸ ਤੋਂ ਪਹਿਲਾਂ ਕੀ ਕਰਨਾ ਹੈ। ਬਾਈਬਲ ਬਿਆਨ ਕਰਦੀ ਹੈ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਸੋ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਨਾ ਹੈ। ਪਰਮੇਸ਼ਵਰ ਦੀ ਬਾਣੀ ਦੱਸਦੀ ਹੈ ਕਿ ਜਿਹੜੇ ਲੋਕ ਪਰਮੇਸ਼ਵਰ ਦੀ ਉਪਾਸਨਾ ਕਰਦੇ ਸਨ, ਵਰਤ ਰੱਖਦੇ ਸਨ, ਉਹਨਾਂ ਨਾਲ ਪਵਿੱਤਰ ਆਤਮਾ ਨੇ ਗੱਲ ਕੀਤੀ ਸੀ। ਸੋ ਅੱਜ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਦਾ ਕਿ ਪਹਿਲਾਂ ਜਿੰਨੇ ਵੀ ਜਨ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਕੰਮਾਂ ਵਾਸਤੇ ਆਪਣੀ ਸੇਵਕਾਈ ਲਈ ਇਸਤੇਮਾਲ ਕਰੇ। ਸੋ ਬਹੁਤ ਸਾਰੇ ਇਹੋ ਜਿਹੇ ਸੇਵਕ ਵੀ ਹਨ, ਪਾਸਟਰ ਵੀ ਹਨ ਜਿਹੜੇ ਸੇਵਾ ਦੇ ਵਿੱਚ ਵੀ ਹਨ, ਪਰ ਉਹਨਾਂ ਨਾਲ ਪਰਮੇਸ਼ਵਰ ਦਾ ਆਤਮਾ ਕਦੀ ਗੱਲ ਨਹੀਂ ਕਰਦਾ। ਉਹਨਾਂ ਨੂੰ ਕਦੀ ਵੀ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਨੂੰ ਨਹੀਂ ਸੁਣਿਆ ਹੁੰਦਾ। ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ। ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਪਵਿੱਤਰ ਆਤਮਾ ਨੇ ਖੁਦ ਨਾਮ ਲੈ ਕੇ ਦੱਸਿਆ ਕਿ ਮੇਰੇ ਲਈ ਬਰਨਬਾਸ ਨੂੰ, ਸ਼ਾਉਲ ਨੂੰ ਉਸ ਕੰਮ ਲਈ ਜਿਹਦੇ ਲਈ ਮੈਂ ਉਹਨਾਂ ਨੂੰ ਚੁਣਿਆ ਹੈ, ਉਹਨਾਂ ਲਈ ਵੱਖਰਿਆਂ ਕਰੋ। ਜਦੋਂ ਅਸੀਂ ਰਸੂਲਾਂ ਦੀ ਕਿਤਾਬ ਦੇ ਵਿੱਚ ਇਸ 2 ਆਇਤ ਨੂੰ ਪੜ੍ਹਦੇ ਹਾਂ ਤਾਂ ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਜਦੋਂ ਪਵਿੱਤਰ ਆਤਮਾ ਨੇ ਗੱਲ ਕੀਤੀ ਤਾਂ ਬਿਲਕੁਲ ਕਲੀਅਰ, ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕੀਤੀ। ਪਰਮੇਸ਼ਵਰ ਦੇ ਆਤਮਾ ਨੇ ਸਪੈਸ਼ਲੀ ਰੱਬ ਦੇ ਸੇਵਕਾਂ ਨੂੰ ਇਹ ਗੱਲ ਦੱਸੀ ਕਿ ਇਹਨਾਂ ਨੂੰ ਰੱਬ ਦੇ ਕੰਮ ਲਈ, ਸੇਵਕਾਈ ਲਈ ਅਲੱਗ ਕੀਤਾ ਜਾਵੇ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਭੈਣ ਭਰਾ ਸੇਵਕਾਈ ਦੇ ਵਿੱਚ ਆ ਜਾਂਦੇ ਨੇ, ਸੇਵਕਾਈ ਕਰਦੇ ਨੇ, ਪਰ ਸੇਵਕਾਈ ਦੀ ਬੁਲਾਹਟ ਨੂੰ ਜਾਂ ਪਵਿੱਤਰ ਆਤਮਾ ਦੇ ਸੱਦੇ ਨੂੰ ਉਹਨਾਂ ਨੇ ਨਹੀਂ ਸੁਣਿਆ ਹੁੰਦਾ। ਇਸ ਲਈ ਬਹੁਤ ਸਾਰੇ ਲੋਕ ਆਪਣੀ ਸੇਵਕਾਈ ਦੇ ਵਿੱਚ ਫੇਲ ਵੀ ਹੋ ਜਾਂਦੇ ਨੇ। ਸੇਵਕਾਈ ਫੇਲ ਇਸ ਲਈ ਹੁੰਦੀ ਹੈ, ਕਈ ਲੋਕ ਆਪਣੀ ਸੇਵਾ ਦੇ ਵਿੱਚ ਹਾਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਵਿੱਤਰ ਆਤਮਾ ਨੇ ਬੁਲਾਇਆ ਨਹੀਂ ਹੁੰਦਾ ਉਸ ਕੰਮ ਲਈ, ਸੱਦਿਆ ਨਹੀਂ ਹੁੰਦਾ, ਪਰਮੇਸ਼ਵਰ ਨੇ ਠਹਿਰਾਇਆ ਨਹੀਂ ਹੁੰਦਾ ਉਹਨਾਂ ਨੂੰ ਉਸ ਕੰਮ ਦੇ ਲਈ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਅਗਰ ਚਾਹੁੰਦੇ ਹੋ ਕਿ ਤੁਹਾਨੂੰ ਪਰਮੇਸ਼ਵਰ ਇਸ ਕੰਮ ਲਈ ਚੁਣੇ ਔਰ ਅਲੱਗ ਕਰੇ, ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਆਪ ਇਸ ਗੱਲ ਦਾ ਫੈਸਲਾ ਲਵੋ, ਪਵਿੱਤਰ ਆਤਮਾ ਖੁਦ ਆਪ ਤੁਹਾਡੇ ਬਾਰੇ ਗੱਲ ਕਰੇ। ਪਵਿੱਤਰ ਆਤਮਾ ਖੁਦ ਕਵੇ ਕਿ ਇਹ ਮੇਰੇ ਕੰਮ ਲਈ ਅਲੱਗ ਕੀਤਾ ਗਿਆ ਵਿਅਕਤੀ ਹੈ, ਇਹ ਮੇਰੇ ਲਈ ਸੰਸਾਰ 'ਚੋਂ ਵੱਖਰਿਆਂ ਕੀਤਾ ਗਿਆ ਵਿਅਕਤੀ ਹੈ, ਇਸ ਨੂੰ ਉਸ ਕੰਮ ਲਈ ਅਲੱਗ ਕਰੋ ਜਿਹੜੇ ਲਈ ਇਹਨੂੰ ਮੈਂ ਚੁਣਿਆ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਜਦੋਂ ਇੱਥੇ ਅਸੀਂ ਬਰਨਬਾਸ ਦੀ, ਸ਼ਾਉਲ ਦੀ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹਨਾਂ ਕੰਮਾਂ ਲਈ ਇਹਨਾਂ ਨੂੰ ਵੱਖਰਿਆਂ ਕਰੋ। ਤਾਂ ਤੁਸੀਂ ਧਿਆਨ ਦਿਓ, ਜਿੱਥੇ ਜਿੱਥੇ ਪਵਿੱਤਰ ਆਤਮਾ ਨੇ ਗੱਲ ਕੀਤੀ ਹੈ, ਕਿਸੇ ਨੂੰ ਚੁਣਿਆ ਹੈ, ਜਿਸ ਜਗ੍ਹਾ ਤੇ ਨਿਯੁਕਤੀ ਕੀਤੀ ਗਈ ਹੈ, ਉਹਨਾਂ ਨੇ ਉਸ ਕੰਮ ਨੂੰ
ਪਰਮੇਸ਼ਵਰ ਦੇ ਲਈ ਕੰਮ ਨੂੰ ਪੂਰਾ ਕੀਤਾ, ਕਿਉਂਕਿ ਉਹਨਾਂ ਦੀ ਚੋਣ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਖੁਦ ਹੁੰਦੀ ਹੈ। ਅੱਜ ਵੀ ਤੁਹਾਡੀ ਚੋਣ ਪਰਮੇਸ਼ਵਰ ਕਰਨਾ ਚਾਹੁੰਦਾ ਹੈ, ਤੁਹਾਨੂੰ ਪਰਮੇਸ਼ਵਰ ਬੁਲਾਉਣਾ ਚਾਹੁੰਦਾ ਹੈ, ਤੁਹਾਨੂੰ ਪਰਮੇਸ਼ਵਰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸਤੇਮਾਲ ਹੋਈਏ, ਸਾਨੂੰ ਪਰਮੇਸ਼ਵਰ ਦੇ ਉਪਾਸਕ ਹੋਣਾ ਔਰ ਉਪਵਾਸ ਕਰਨ ਵਾਲੇ ਵਿਅਕਤੀ ਹੋਣਾ ਬਹੁਤ ਜ਼ਰੂਰੀ ਹੈ। ਬਾਈਬਲ 'ਚ ਲਿਖਿਆ, ਜਦੋਂ ਉਪਾਸਨਾ ਕਰਦੇ ਤੇ ਵਰਤ ਰੱਖਦੇ ਸਨ। ਤਾਂ ਮੈਂ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਹੀ ਹੈ ਕਿ ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਕੰਮ ਵਾਸਤੇ ਅਲੱਗ ਕਰੇ, ਤੁਹਾਨੂੰ ਕੰਮਾਂ ਵਾਸਤੇ ਇਸਤੇਮਾਲ ਕਰੇ, ਪਹਿਲਾਂ ਪਰਮੇਸ਼ਵਰ ਦੇ ਉਪਾਸਕ ਹੋਣਾ ਬਹੁਤ ਜ਼ਰੂਰੀ ਹੈ। ਪਰਮੇਸ਼ਵਰ ਦੇ ਉਪਾਸਕ ਆਰਾਧਕ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੁਸੀਂ ਰੂਹ ਸੱਚਾਈ ਨਾਲ ਪਰਮੇਸ਼ਵਰ ਦੀ ਆਰਾਧਨਾ ਕਰਨੀ ਸ਼ੁਰੂ ਕਰੋ। ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਬੇਨਤੀ ਕਰਦਾ, ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਵਰਤ ਰੱਖੋ ਅਤੇ ਪ੍ਰਾਰਥਨਾ ਕਰੋ। ਜੇ ਤੁਸੀਂ ਵਰਤ ਰੱਖਣਾ, ਰੈਗੂਲਰ ਵਰਤ ਰੱਖੋਗੇ, ਹਰ ਹਫਤੇ ਵਰਤ ਰੱਖ ਕੇ ਪ੍ਰਾਰਥਨਾ ਕਰੋਗੇ, ਹਫਤੇ ਦੇ ਵਿੱਚ ਘੱਟੋ ਘੱਟ 1 ਦਿਨ ਜਾਂ 2 ਦਿਨ ਤੁਸੀਂ ਵਰਤ ਰੱਖ ਸਕਦੇ ਹੋ, ਪਰਮੇਸ਼ਰ ਦੀ ਉਪਾਸਨਾ 'ਚ ਰਹਿ ਸਕਦੇ ਹੋ, ਦੀਨ ਰਹਿ ਸਕਦੇ ਹੋ ਪਰਮੇਸ਼ਰ ਸਾਹਮਣੇ, ਤਾਂ ਤੁਹਾਨੂੰ ਪਵਿੱਤਰ ਆਤਮਾ ਆਪ ਤੁਹਾਡੇ ਨਾਲ ਤੁਹਾਡੇ ਬਾਰੇ ਗੱਲ ਵੀ ਕਰ ਸਕਦਾ ਹੈ, ਸੇਵਕਾਂ ਦੇ ਨਾਲ ਵੀ, ਔਰ ਜਾਂ ਫਿਰ ਪਰਮੇਸ਼ਰ ਦਾ ਆਤਮਾ ਡਾਇਰੈਕਟ ਤੁਹਾਡੇ ਨਾਲ ਵੀ ਗੱਲ ਕਰ ਸਕਦਾ ਹੈ। ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਣਾ, ਬਹੁਤ ਹੀ ਖੂਬਸੂਰਤ ਗੱਲ ਰਹੇਗੀ ਤੁਹਾਨੂੰ ਇਹ ਜਾਣਨ ਵਾਸਤੇ। ਬਹੁਤ ਸਾਰੇ ਲੋਕ ਅੱਜ ਇਸ ਤਰ੍ਹਾਂ ਕਰ ਰਹੇ ਨੇ, ਰੋ ਰਹੇ ਨੇ ਕਿ ਪਵਿੱਤਰ ਆਤਮਾ ਜੀ, ਪਰਮੇਸ਼ਰ ਜੀ, ਮੇਰੇ ਨਾਲ ਗੱਲ ਕਰੋ, ਮੈਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੇਰੇ ਪਿਆਰੇ ਭੈਣ ਭਰਾਵੋ, ਇਹ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਇਹ ਆਵਾਜ਼ ਆਪਣੇ ਮੂੰਹ ਚੋਂ ਕੱਢਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ। ਤੁਹਾਨੂੰ ਰੋ ਰੋ ਕੇ ਇਹ ਕਹਿਣਾ ਨਹੀਂ ਚਾਹੀਦਾ ਕਿ ਪਰਮੇਸ਼ਵਰ ਮੇਰੇ ਨਾਲ ਗੱਲ ਕਰੋ ਜੀ, ਪਰਮੇਸ਼ਵਰ ਜੀ ਮੈਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦਾ। ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਆਪਣੇ ਮੂੰਹ ਚੋਂ ਨਾ ਲਿਆਓ। ਤੁਹਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ। ਜਿਵੇਂ ਤੁਸੀਂ ਉਪਾਸਨਾ ਕਰਦੇ ਹੋ ਪਰਮੇਸ਼ਵਰ ਦੀ, ਬਾਈਬਲ ਸਾਨੂੰ ਦੱਸਦੀ ਕਿ ਸਾਡੀ ਦੇਹ ਜਿਹੜੀ ਇਹ ਪਵਿੱਤਰ ਆਤਮਾ ਦਾ ਮੰਦਿਰ ਹੈ, ਪਵਿੱਤਰ ਆਤਮਾ ਦਾ ਘਰ ਹੈ। ਪਵਿੱਤਰ ਆਤਮਾ ਖੁਦ ਸਾਡੇ ਅੰਦਰ, ਤੁਹਾਡੇ ਅੰਦਰ ਵਸਦਾ ਹੈ। ਬਾਣੀ 'ਚ ਲਿਖਿਆ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਜਿਹੜਾ ਦੇਹ ਹੈ ਪਵਿੱਤਰ ਆਤਮਾ ਦਾ ਮੰਦਿਰ ਹੈ। ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਦੇ ਲਈ ਤੁਹਾਨੂੰ ਰੋ ਕੇ, ਤੁਹਾਨੂੰ ਜਾਂ ਇਹ ਤਰਲੇ ਕਰਕੇ ਕਹਿਣ ਦੀ ਜ਼ਰੂਰਤ ਨਹੀਂ। ਪਰਮੇਸ਼ਵਰ ਖੁਦ ਤੁਹਾਡੇ ਨਾਲ ਗੱਲ ਕਰੇਗਾ ਜਦੋਂ ਤੁਸੀਂ ਪਰਮੇਸ਼ਵਰ ਦੇ ਉਪਾਸਕ ਬਣ ਕੇ, ਉਹਦੇ ਆਰਾਧਕ ਬਣ ਕੇ, ਜਦੋਂ ਤੁਸੀਂ ਪਰਮੇਸ਼ਵਰ ਦੀ ਭਗਤੀ ਰੂਹ ਸੱਚਾਈ ਨਾਲ ਕਰੋਗੇ, ਵਰਤ ਰੱਖੋਗੇ, ਪ੍ਰਾਰਥਨਾ ਦੇ ਵਿੱਚ ਰਹੋਗੇ। ਪ੍ਰਭੂ ਦੇ ਜਿਹੜੇ ਸੇਵਕ ਸੀਗੇ, ਉਹਨਾਂ ਦੇ ਅੰਦਰ ਇੱਕ ਖਾਸੀਅਤ ਸੀ, ਉਹਨਾਂ ਦੇ ਅੰਦਰ ਇੱਕ ਬਹੁਤ ਵੱਡੀ ਖਾਸੀਅਤ ਸੀ ਕਿ ਉਹ ਵਰਤ ਰੱਖਦੇ ਸਨ, ਉਪਾਸਨਾ ਕਰਦੇ ਸਨ। ਔਰ ਅੱਜ ਦੇ ਸਮੇਂ ਦੇ ਵਿੱਚ ਲੋਕ ਸਿਰਫ ਇਹ ਚਾਹੁੰਦੇ ਨੇ ਕਿ ਪਰਮੇਸ਼ਵਰ ਸਾਡੇ ਨਾਲ ਗੱਲ ਕਰੇ, ਕਿਸੇ ਦੇ ਦੁਆਰਾ ਗੱਲ ਕਰ ਦੇਵੇ, ਲੇਕਿਨ ਅਸੀਂ ਉਪਾਸਕ ਨਾ ਹੋਈਏ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਜਦ ਤੱਕ ਤੁਸੀਂ ਸਹੀ ਉਪਾਸਕ ਨਹੀਂ ਬਣਦੇ, ਤੁਸੀਂ ਪਰਮੇਸ਼ਵਰ ਦੇ ਕੰਮਾਂ ਲਈ ਇਸਤੇਮਾਲ ਨਹੀਂ ਹੋ ਸਕਦੇ। ਤੇ ਮੈਂ ਕਹਿਣਾ ਚਾਹੁੰਦਾ, ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ, ਪਰਮੇਸ਼ਵਰ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਪਰ ਇਸ ਤੋਂ ਪਹਿਲਾਂ ਅੱਜ ਦਾ ਸੁਨੇਹਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਕਿ ਰੱਬ ਦੇ ਕੰਮਾਂ ਵਿੱਚ ਇਸਤੇਮਾਲ ਹੋਣੇ ਸ਼ੁਰੂ ਹੋਵੋ, ਤੁਸੀਂ ਇੱਕ ਸਹੀ ਉਪਾਸਕ ਔਰ ਇੱਕ ਆਰਾਧਕ ਔਰ ਇੱਕ ਵਰਤ ਰੱਖਣ ਵਾਲੇ ਵਿਅਕਤੀ, ਪ੍ਰਾਰਥਨਾ ਕਰਨ ਵਾਲੇ ਵਿਅਕਤੀ ਬਣ ਜਾਓ। ਦੇਖੋ, ਪਰਮੇਸ਼ਵਰ ਇੱਕ ਦਿਨ ਤੁਹਾਨੂੰ ਤੁਹਾਡੇ ਸਥਾਨ ਤੇ ਜਿੱਥੇ ਤੁਸੀਂ ਹੋ, ਪਰਮੇਸ਼ਵਰ ਤੁਹਾਨੂੰ ਉੱਥੇ ਹੀ ਤਾਰਿਆਂ ਵਾਂਗੂ ਚਮਕਾ ਕੇ ਆਪਣੀ ਮਹਿਮਾ ਲਈ ਇਸਤੇਮਾਲ ਕਰਨਾ ਸ਼ੁਰੂ ਕਰੇਗਾ। ਔਰ ਇਹ ਯਾਦ ਰੱਖਿਓ, ਸੇਵਕਾਈ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਇੱਕ ਅਲੱਗ ਚਰਚ ਬਣਾਵਾਂਗੇ ਤੇ ਉੱਥੇ ਸੇਵਕਾਈ ਕਰਾਂਗੇ ਜਾਂ ਇੱਕ ਅਲੱਗ ਕਲੀਸਿਆ ਬਣਾਵਾਂਗੇ। ਜਿਸ ਕਲੀਸਿਆ ਵਿੱਚ ਖੁਦਾ ਨੇ ਤੁਹਾਨੂੰ ਰੱਖਿਆ, ਉਸੇ ਕਲੀਸਿਆ ਦੇ ਵਿੱਚ ਤੁਸੀਂ ਸੇਵਕਾਈ ਕਰਕੇ, ਉਸ ਤੇ ਰੂਹਾਂ ਨੂੰ ਬਚਾ ਕੇ, ਉਸੇ ਕਲੀਸਿਆ ਦੇ ਵਿੱਚ ਤੁਸੀਂ ਬਹੁਤ ਵੱਡਾ ਵਾਧਾ ਕਰ ਸਕਦੇ ਹੋ। ਪਰਮੇਸ਼ਵਰ ਤੁਹਾਨੂੰ ਉਸੇ ਕਲੀਸਿਆ ਦੇ ਵਿੱਚ, ਉਸੇ ਸੇਵਕਾਈ ਦੇ ਵਿੱਚ, ਉੱਥੇ ਹੀ ਪਰਮੇਸ਼ਵਰ ਉਸ ਸੇਵਾ ਲਈ ਤੁਹਾਨੂੰ ਅਲੱਗ ਤੋਂ ਇਸਤੇਮਾਲ ਕਰ ਸਕਦਾ ਹੈ। ਔਰ ਪਰਮੇਸ਼ਵਰ ਚਾਹੁੰਦਾ ਹੈ ਕਿ ਕਲੀਸਿਆ ਦੇ ਸਾਰੇ ਜਨ ਜਿਹੜੇ ਨੇ ਉਹ ਪਰਮੇਸ਼ਵਰ ਦੀ ਸੇਵਾ ਕਰਨ ਵਾਲੇ ਹੋਣ। ਜਦੋਂ ਅਸੀਂ ਰਸੂਲਾਂ ਦੀ ਕਿਤਾਬ 14 ਦੀ 23 ਆਇਤ ਨੂੰ ਪੜ੍ਹਦੇ ਹਾਂ, ਤਾਂ ਉੱਥੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਇੱਥੇ ਉਪਾਸਨਾ ਦੀ ਤੇ ਵਰਤ ਦੀ ਗੱਲ ਕਰ ਰਹੇ ਹਾਂ। ਇੱਥੇ ਲਿਖਿਆ, ਜਾਂ ਉਹਨਾਂ ਨੇ ਹਰੇਕ ਕਲੀਸਿਆ ਵਿੱਚ ਉਹਨਾਂ ਲਈ ਬਜ਼ੁਰਗ ਠਹਿਰਾਏ। ਜਿਹੜੇ ਰੱਬ ਦੇ ਸੇਵਕ ਸੀਗੇ, ਜਦੋਂ ਜਗ੍ਹਾ ਜਗ੍ਹਾ ਕਲੀਸਿਆਵਾਂ ਨੂੰ ਸਥਾਪਿਤ ਕਰਦੇ ਸੀ, ਤਾਂ ਉਹਨਾਂ ਨੇ ਅਲੱਗ-ਅਲੱਗ ਕਲੀਸਿਆ ਦੇ ਵਿੱਚ ਸੇਵਕਾਈ ਕਰਨ ਵਾਲੇ, ਕਲੀਸਿਆ ਦੇ ਜਿਹੜੇ ਬਜ਼ੁਰਗ
ਯਾਨੀ ਕਿ ਕਲੀਸਿਆ ਨੂੰ ਚਲਾਉਣ ਵਾਲੇ, ਕਲੀਸਿਆ ਦੀ ਅਗਵਾਈ ਕਰਨ ਵਾਲੇ ਠਹਿਰਾਏ, ਤਾਂ ਉਹ ਕੀ ਕਰਦੇ ਸੀ? ਧਿਆਨ ਦਿਓ, ਅਤੇ ਵਰਤ ਨਾਲ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ, ਜਿਹਦੇ ਉੱਤੇ ਉਹਨਾਂ ਨਿਹਚਾ ਕੀਤੀ ਸੀ। ਵੱਡੀ ਗੱਲ ਹੈ ਕਿ ਜਿਹੜੇ ਸਾਡੇ ਲਈ ਨਮੂਨਾ ਨੇ, ਸਾਡੇ ਲਈ ਆਦਰਸ਼ ਬਣੇ ਨੇ, ਪਰਮੇਸ਼ਵਰ ਦੇ ਸੇਵਕ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਬਾਈਬਲ 'ਚ ਲਿਖਿਆ ਹੈ ਵਰਤ ਨਾਲ ਪ੍ਰਾਰਥਨਾ ਕੀਤੀ। ਵਰਤ ਨਾਲ ਪ੍ਰਾਰਥਨਾ ਕੀਤੀ। ਧਿਆਨ ਦਿਓ, ਉਹਨਾਂ ਨੇ ਵਰਤ ਰੱਖ ਕੇ ਪ੍ਰਾਰਥਨਾ ਕਰਕੇ ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਤੇ ਜਿਹਨੇ ਦੇ ਉੱਤੇ ਉਹਨਾਂ ਨੇ ਨਿਹਚਾ ਕੀਤੀ ਸੀ। ਸੋ ਅੱਜ ਤੁਹਾਡੇ ਲਈ ਤੇ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਵੀ ਵਰਤ ਤੇ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਦੇਈਏ। ਜਦੋਂ ਉਹ ਵਰਤ ਰੱਖ ਕੇ ਪ੍ਰਾਰਥਨਾ ਕਰਕੇ ਪ੍ਰਭੂ ਦੇ ਹੱਥਾਂ ਵਿੱਚ ਸਾਰੀਆਂ ਚੀਜ਼ਾਂ ਨੂੰ ਸੌਂਪਦੇ ਸਨ, ਤਾਂ ਸੇਵਕਾਈ ਦੇ ਕੰਮ ਦੇ ਲਈ ਖੁਦ ਪਰਮੇਸ਼ਵਰ ਦਾ ਆਤਮਾ, ਜਿੱਤੇ ਉਹਨਾਂ ਨੇ ਨਿਹਚਾ ਕੀਤੀ ਸੀ, ਉਹ ਆਤਮਾ ਖੁਦ ਉਹਨਾਂ ਦੀ ਅਗਵਾਈ ਕਰਦਾ ਸੀ। ਉਹ ਆਤਮਾ ਖੁਦ ਉਹਨਾਂ ਦੇ ਨਾਲ ਗੱਲ ਕਰਦਾ ਸੀ। ਖੁਦ ਪਵਿੱਤਰ ਆਤਮਾ ਉਹਨਾਂ ਨੂੰ ਸਿਖਾਉਂਦਾ ਸੀ। ਧਿਆਨ ਦਿਓ, ਅੱਜ ਵੀ ਪਵਿੱਤਰ ਆਤਮਾ ਮੌਜੂਦ ਹੈ। ਅੱਜ ਵੀ ਪਵਿੱਤਰ ਆਤਮਾ ਉਹੀ ਹੈ ਜਿਹੜਾ ਉਸ ਵਕਤ ਉਹਨਾਂ ਦੀ ਅਗਵਾਈ ਕਰਦਾ ਸੀ। ਅੱਜ ਉਹ ਸਾਡੀ ਤੇ ਤੁਹਾਡੀ ਅਗਵਾਈ ਕਰਨਾ ਚਾਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰੇ ਔਰ ਤੁਹਾਨੂੰ ਵੀ ਉਸੇ ਤਰ੍ਹਾਂ ਗਾਈਡ ਕਰੇ ਜਿਸ ਤਰ੍ਹਾਂ ਉਹਨਾਂ ਨੂੰ ਗਾਈਡ ਕਰਦਾ ਸੀ, ਤਾਂ ਤੁਹਾਨੂੰ ਅੱਜ ਪਰਮੇਸ਼ਵਰ ਦੇ ਸਹੀ ਉਪਾਸਕ ਬਣਨ ਦੀ ਜ਼ਰੂਰਤ ਹੈ। ਔਰ ਬਹੁਤ ਹੀ ਸੋਹਣੀ ਗੱਲ ਬਾਈਬਲ ਦੇ ਵਿੱਚ ਬਿਆਨ ਕੀਤੀ ਗਈ ਹੈ, ਜਿਹੜੀ ਕਿ ਅਸੀਂ ਯੂਹੰਨਾ 10:27 ਆਇਤ ਦੇ ਵਿੱਚ ਪੜ੍ਹਦੇ ਹਾਂ। ਲਿਖਿਆ, ਮੇਰੀਆਂ ਭੇਡਾਂ ਮੇਰਾ ਸ਼ਬਦ ਸੁਣਦੀਆਂ ਹਨ ਔਰ ਮੈਂ ਉਹਨਾਂ ਨੂੰ ਸਿਆਣਦਾ ਹਾਂ ਅਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਪਛਾਣਦੀਆਂ ਨੇ, ਉਹ ਮੇਰੇ ਮਗਰ ਚੱਲਦੀਆਂ ਨੇ। ਮੈਂ ਗੱਲ ਦੱਸਣਾ ਚਾਹੁੰਦਾ, ਬਹੁਤ ਵਾਰ ਇਹ ਲੋਕ ਜਦੋਂ ਗੱਲ ਕਰਦੇ ਨੇ ਕਿ ਮੇਰੇ ਨਾਲ ਗੱਲ ਕਰੋ, ਮੇਰੇ ਨਾਲ ਗੱਲ ਕਰੋ, ਰੋ ਰਹੇ ਨੇ, ਚਿੱਲਾ ਰਹੇ ਨੇ, ਪ੍ਰਭੂ ਜੀ ਸਾਡੇ ਨਾਲ ਗੱਲ ਕਰੋ, ਪ੍ਰਭੂ ਜੀ ਸਾਡੇ ਨਾਲ ਗੱਲ ਕਰੋ, ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲ ਕਰੋ, ਮੈਂ ਤੁਹਾਡੀ ਆਵਾਜ਼ ਸੁਣਨਾ ਚਾਹੁੰਦਾ। ਇਹਦਾ ਮਤਲਬ ਤੁਸੀਂ ਹਜੇ ਤੱਕ ਆਪਣੇ ਪ੍ਰਭੂ ਦੀ, ਆਪਣੇ ਚਰਵਾਹੇ ਦੀ, ਉਹਦੀ ਅਗਵਾਈ ਵਿੱਚ ਨਹੀਂ ਚੱਲ ਰਹੇ। ਬਾਈਬਲ 'ਚ ਯਿਸੂ ਮਸੀਹ ਨੇ ਕਿਹਾ ਹੈ ਕਿ ਮੇਰੀਆਂ ਭੇਡਾਂ ਮੇਰਾ ਸ਼ਬਦ, ਮੇਰੀ ਆਵਾਜ਼ ਕੀ ਕਰਦੀਆਂ? ਸੁਣਦੀਆਂ ਹਨ। ਤੇ ਉਹ ਕਹਿੰਦਾ ਮੈਂ ਉਹਨਾਂ ਨੂੰ ਸਿਆਣਦਾ, ਮੈਂ ਜਾਣਦਾ ਹਾਂ ਮੇਰੀਆਂ ਭੇਡਾਂ ਕਿਹੜੀਆਂ ਨੇ ਤੇ ਉਹ ਮੇਰੇ ਮਗਰ ਲੱਗੀਆਂ ਹੁੰਦੀਆਂ ਹਨ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਜਿਹੜੇ ਆਪਾਂ ਪ੍ਰਭੂ ਦੀਆਂ ਭੇਡਾਂ ਆ, ਤਾਂ ਸਾਨੂੰ ਆਪਣੇ ਚਰਵਾਹੇ ਦੀ ਆਵਾਜ਼ ਸੁਣਨੀ ਚਾਹੀਦੀ। ਭੇਡਾਂ ਰੋਂਦੀਆਂ ਨਹੀਂ ਹੈਗੀਆਂ ਕਿ ਮੈਨੂੰ ਚਰਵਾਹੇ ਦੀ ਆਵਾਜ਼ ਸੁਣਨੀ ਹੈ। ਚਰਵਾਹਾ ਖੁਦ ਤਾਂ ਭੇਡਾਂ ਦੇ ਨਾਲ ਰਹਿੰਦਾ ਹੈ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਨੇ ਵਾਅਦਾ ਕੀਤਾ ਕਿ ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ, ਜਦੋਂ ਅਸੀਂ ਉਹਦੀ ਆਵਾਜ਼ ਸੁਣਾਂਗੇ, ਜਦੋਂ ਅਸੀਂ ਉਹਦਾ ਅਨੁਸਰਨ ਕਰਾਂਗੇ, ਤਾਂ ਹੀ ਤੋਂ ਪਤਾ ਲੱਗੇਗਾ ਨਾ ਕਿ ਅਸੀਂ ਉਸ ਦੀ ਅਗਵਾਈ ਵਿੱਚ ਚੱਲ ਰਹੇ ਹਾਂ। ਜੇ ਅਸੀਂ ਉਹਦੀ ਅਗਵਾਈ ਵਿੱਚ ਚੱਲ ਰਹੇ ਹਾਂ ਤਾਂ ਸਾਨੂੰ ਸਿਰਫ ਉਪਾਸਨਾ ਕਰਨ ਦੀ ਲੋੜ ਹੈ, ਆਰਾਧਨਾ ਕਰਨ ਦੀ ਲੋੜ ਹੈ, ਵਰਤ ਰੱਖਣ ਦੀ, ਪ੍ਰਾਰਥਨਾ ਕਰਨ ਦੀ ਲੋੜ ਹੈ। ਬਾਕੀ ਦੀਆਂ ਗੱਲਾਂ ਪਰਮੇਸ਼ਰ ਦਾ ਆਤਮਾ ਖੁਦ ਕਰੇਗਾ। ਉਹ ਖੁਦ ਦੱਸੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਪਵਿੱਤਰ ਆਤਮਾ ਖੁਦ ਅਗਵਾਈ ਕਰਦਾ ਹੈ। ਪਵਿੱਤਰ ਆਤਮਾ ਅੱਜ ਵੀ ਗੱਲਾਂ ਕਰਦਾ ਹੈ। ਪਵਿੱਤਰ ਆਤਮਾ ਅੱਜ ਵੀ ਸਾਡਾ ਸਹਾਇਕ ਤੇ ਮਦਦਗਾਰ ਹੈ। ਬਹੁਤੇ ਲੋਕ ਉਹਦੀ ਸਹਾਇਤਾ ਨਹੀਂ ਲੈਂਦੇ, ਇਸ ਲਈ ਉਹ ਬਸ ਇੱਥੇ ਲੱਭਦੇ ਫਿਰਦੇ ਨੇ ਕਿ ਕਿਹੜੇ ਪ੍ਰੋਫਿਟ ਦੇ ਕੋਲ ਜਾਈਏ, ਕਿਹਦੇ ਕੋਲ ਜਾ ਕੇ ਸੁਣ ਕੇ ਆਈਏ ਕਿ ਕਿਹੜਾ ਭਵਿੱਖਬਾਣੀ ਸਾਡੇ ਲਈ ਕਰਦਾ। ਪਰ ਯਾਦ ਰੱਖਿਓ, ਜਦ ਤੱਕ ਪਵਿੱਤਰ ਆਤਮਾ ਕਿਸੇ ਨਾਲ ਗੱਲ ਨਹੀਂ ਕਰਦਾ, ਉਨਾ ਚਿਰ ਕੋਈ ਵੀ ਬੰਦਾ ਮੂੰਹ ਨਹੀਂ ਖੋਲ ਸਕਦਾ। ਜੇ ਪਵਿੱਤਰ ਆਤਮਾ ਨੇ ਕੋਈ ਗੱਲ ਕੀਤੀ, ਇੱਥੇ ਅਸੀਂ ਵਚਨ 'ਚ ਪੜ੍ਹਿਆ ਕਿ ਜਦੋਂ ਉਪਾਸਨਾ ਕਰ ਰਹੇ ਸੀ ਪ੍ਰਭੂ ਦੇ ਚੇਲੇ, ਤਾਂ ਵਰਤ ਰੱਖ ਰਹੇ ਸੀ ਤੇ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਇਹਨਾਂ ਨੂੰ ਅਲੱਗ ਕਰੋ। ਹੁਣ ਤੁਹਾਡੀ ਵਾਰੀ ਹੈ ਮੇਰੇ ਪਿਆਰੇ ਭੈਣੋ ਭਰਾਵੋ। ਖੁਦ ਪਰਮੇਸ਼ਵਰ ਦਾ ਆਤਮਾ ਤੁਹਾਡੇ ਬਾਰੇ ਕਹੇ ਕਿ ਮੇਰੇ ਕੰਮਾਂ ਲਈ ਆ। ਪਵਿੱਤਰ ਆਤਮਾ ਖੁਦ ਤੁਹਾਡੇ ਦਿਲ 'ਚ ਤੁਹਾਡੇ ਨਾਲ ਆਪ ਗੱਲ ਕਰੂਗਾ ਕਿ ਮੇਰੇ ਕੰਮਾਂ ਲਈ ਤੁਸੀਂ ਤਿਆਰ ਹੋਵੋ। ਪਰਮੇਸ਼ਵਰ ਜਦ ਤੁਹਾਨੂੰ ਤਿਆਰ ਕਰੇਗਾ, ਕੌਣ ਤੁਹਾਨੂੰ ਰੋਕ ਸਕਦਾ? ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਅੱਗੇ ਵਧੋ। ਮੇਰੀ ਬੇਨਤੀ ਆ ਕਿ ਹੁਣ ਤੁਸੀਂ ਇੱਕ ਸਧਾਰਨ ਵਿਸ਼ਵਾਸੀ ਨਾ ਰਹੋ, ਬੜੇ ਤਕੜੇ ਯੋਧਾ ਬਣ ਕੇ ਪਰਮੇਸ਼ਵਰ ਦੇ ਕੰਮਾਂ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗੀ ਬਣੋ। ਕਲੀਸਿਆਵਾਂ ਦੇ ਵਿੱਚ ਅੱਜ ਜ਼ਰੂਰਤ ਹੈ ਕਿ ਬਾਈਬਲ ਕਹਿੰਦੀ ਹੈ ਕਿ ਦੇਖੋ ਖੇਤ ਪੱਕੇ ਹੋਏ ਨੇ, ਮਜ਼ਦੂਰ ਥੋੜ੍ਹੇ ਨੇ। ਪਵਿੱਤਰ ਆਤਮਾ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦੇ ਕੰਮਾਂ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰੋ,
ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇ ਦਿਓ। ਜਦ ਤੁਸੀਂ ਸਹੀ ਤਰੀਕੇ ਨਾਲ ਉਪਾਸਨਾ ਕਰਨੀ ਸ਼ੁਰੂ ਕਰੋਗੇ, ਪਵਿੱਤਰ ਆਤਮਾ ਤੁਹਾਨੂੰ ਆਪਣੇ ਕੰਮਾਂ ਵਾਸਤੇ ਅਲੱਗ ਕਰੇਗਾ, ਤੁਹਾਨੂੰ ਚਲਾਏਗਾ। ਰਸੂਲਾਂ ਦੇ ਕਿਤਾਬ 1:14 ਨੂੰ ਵੀ ਪੜ੍ਹ ਲਵਾਂਗੇ ਤਾਂ ਇੱਥੇ ਲਿਖਿਆ, ਇਹ ਸਭ ਇੱਕ ਮਨ ਹੋ ਕੇ ਇਸਤਰੀਆਂ ਅਤੇ ਯਿਸੂ ਦੀ ਮਾਤਾ ਮਰੀਅਮ ਅਤੇ ਉਹਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਇਹ ਵੀ ਇੱਕ ਸੇਵਕਾਈ ਆ। ਧਿਆਨ ਨਾਲ ਸੁਣਿਓ, ਬਾਣੀ ਦੇ ਵਿੱਚ ਲਿਖਿਆ, ਸਭੇ ਇੱਕ ਮਨ ਹੋ ਕੇ ਇਸਤਰੀਆਂ ਅਤੇ ਯਿਸੂ ਦੀ ਮਾਤਾ ਮਰੀਅਮ ਕੀ ਕਰਦੇ ਸਨ? ਉਹ ਲਿਖਿਆ ਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਕੀ ਕਰਦੇ ਹੁੰਦੇ ਸੀ? ਉਹਨਾਂ ਦਾ ਇੱਕ ਕੰਮ ਸੀਗਾ ਪ੍ਰਾਰਥਨਾ ਕਰਨਾ, ਵਰਤ ਰੱਖਣਾ। ਜਦੋਂ ਉਹ ਲੋਕ ਕਲੀਸਿਆ ਦੇ ਵਿੱਚ ਕੀ ਕਰਿਆ ਕਰਦੇ ਸਨ? ਪ੍ਰਾਰਥਨਾ ਕਰਿਆ ਕਰਦੇ ਸਨ, ਤਾਂ ਪਰਮੇਸ਼ਵਰ ਦੀ ਜਿਹੜੀ ਆਤਮਾ ਦੀ ਜਿਹੜੀ ਆਵਾਜ਼ ਨੂੰ ਸੁਣਦੇ ਸਨ। ਪਰਮੇਸ਼ਵਰ ਉਹਨਾਂ ਨਾਲ ਗੱਲ ਕਰਦੇ ਸਨ। ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਪਰਮੇਸ਼ਵਰ ਅੱਜ ਵੀ ਚਾਹੁੰਦਾ ਹੈ ਕਿ ਕਲੀਸਿਆ ਦੇ ਵਿੱਚ ਭੈਣ ਭਾਈ ਇਦਾਂ ਦੇ ਹੋਣੇ ਚਾਹੀਦੇ ਨੇ। ਮੈਂ ਬੇਨਤੀ ਕਰਦਾ, ਤੁਸੀਂ ਇਸ ਤਰ੍ਹਾਂ ਦੇ ਨਾ ਬਣੋ ਕਿ ਸਿਰਫ ਬੰਦਗੀ ਦੇ ਵਿੱਚ ਟਾਈਮ ਨਾਲ ਉਨੇ ਟਾਈਮ ਤੇ ਜਾਣਾ ਹੈ ਤੇ ਜਾ ਕੇ ਆ ਜਾਣਾ ਹੈ, ਭਾਈ ਇੰਨਾ ਹੀ ਕੰਮ ਹੈ। ਭੈਣਾਂ ਜਿਹੜੀਆਂ ਵਿਹਲੀਆਂ ਨੇ ਉਹ ਰਲ ਕੇ ਪ੍ਰਾਰਥਨਾ ਕਰ ਸਕਦੀਆਂ ਨੇ। ਭਰਾਵਾਂ ਦੇ ਵਿੱਚ ਬੈਠ ਕੇ ਭਰਾ ਵੀ ਜਿਹੜੇ ਨੇ ਉਹ ਵੀ ਕੀ ਕਰ ਸਕਦੇ ਨੇ? ਬੈਠ ਕੇ ਉਪਾਸਨਾ, ਪ੍ਰਾਰਥਨਾ, ਵਰਤ ਰੱਖ ਕੇ ਪ੍ਰਾਰਥਨਾ ਕਰ ਸਕਦੇ ਨੇ। ਇੱਥੇ ਲਿਖਿਆ ਕਿ ਸਭੋ ਇੱਕ ਮਨ ਹੋ ਕੇ ਕੀ ਕਰਿਆ ਕਰਦੇ ਸਨ? ਪ੍ਰਾਰਥਨਾ ਕਰਿਆ ਕਰਦੇ ਸਨ। ਸੋ ਮੇਰੀ ਬੇਨਤੀ ਹੈ ਕਿ ਜਦੋਂ ਇਹ ਅਸੀਂ ਦੇਖਦੇ ਹਾਂ ਰਸੂਲਾਂ ਦੇ ਕਰਤੱਵ ਦੇ ਵਿੱਚ ਇਹ ਸਭ ਕੁਝ ਵੇਖਣ ਨੂੰ ਮਿਲਦਾ ਹੈ, ਤਾਂ ਇਹਦਾ ਮਤਲਬ ਇਹ ਸਾਡੇ ਲਈ ਇੱਕ ਨਮੂਨਾ ਹੈ, ਇਹ ਸਾਡੇ ਲਈ ਇੱਕ ਆਦਰਸ਼ ਹੈ ਕਿ ਅਸੀਂ ਵੀ ਆਪਣੀ ਸੰਗਤ ਦੇ ਵਿੱਚ, ਕਲੀਸਿਆ ਦੇ ਵਿੱਚ ਇਹੋ ਹੀ ਕੁਝ ਕਰੀਏ ਜੋ ਪਹਿਲੀ ਸਮੇਂ ਦੀ ਕਲੀਸਿਆ ਦੇ ਵਿੱਚ ਸੀ। ਕਲੀਸਿਆ ਪ੍ਰਾਰਥਨਾ ਕਰਦੀ ਸੀ, ਕਲੀਸਿਆ ਵਰਤ ਰੱਖਦੀ ਸੀ, ਕਲੀਸਿਆ ਇੱਕ ਮਨ ਸੀ, ਇੱਕ ਚਿੱਤ ਸੀ। ਤੇ ਸਾਨੂੰ ਸਾਰਿਆਂ ਨੂੰ ਇੱਕ ਮਨ, ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸੋ ਮੈਂ ਬੇਨਤੀ ਕਰਦਾ ਕਿ ਜਦੋਂ ਵੀ ਟਾਈਮ ਮਿਲੇ, ਜਿਵੇਂ ਕਿ ਅਸੀਂ ਵੀਰਵਾਰ ਵਾਲੇ ਦਿਨ ਲਗਾਤਾਰ ਅਸੀਂ ਸੋਚਦੇ ਹਾਂ ਕਿ ਫਾਸਟਿੰਗ ਪ੍ਰੇਅਰ ਜਿਹੜੀ ਹੈ ਉਹਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ ਹੈ। ਫਾਸਟਿੰਗ ਪ੍ਰੇਅਰ ਕਰਨੀ ਚਾਹੀਦੀ, ਵਰਤ ਰੱਖਣਾ ਚਾਹੀਦਾ, ਪ੍ਰਾਰਥਨਾ ਕਰਨੀ ਚਾਹੀਦੀ ਹੈ। ਔਰ ਲਗਾਤਾਰ ਇਕੱਠੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਸਾਰੇ ਜਣੇ ਆ ਕੇ ਪ੍ਰਾਰਥਨਾ ਕਰ ਸਕਦੇ ਨੇ। ਸੋ ਪ੍ਰਾਰਥਨਾ ਦੇ ਵਿੱਚ ਬੈਠਣ ਦੇ ਨਾਲ ਤੁਹਾਨੂੰ ਹੌਲੀ ਹੌਲੀ ਪਤਾ ਚੱਲੇਗਾ, ਲੱਗੇਗਾ, ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਪਰਮੇਸ਼ਵਰ ਆਉਣ ਵਾਲੇ ਸਮੇਂ ਲਈ ਤੁਹਾਨੂੰ ਤਿਆਰ ਕਰ ਰਿਹਾ ਹੋਵੇਗਾ। ਔਰ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰੇਗਾ। ਕਿਸੇ ਵੇਲੇ ਵੀ ਪਵਿੱਤਰ ਆਤਮਾ ਤੁਹਾਨੂੰ ਆਪਣੇ ਕੰਮ ਲਈ ਅਲੱਗ ਕਰ ਸਕਦਾ ਹੈ। ਸੋ ਮੇਰੇ ਪਿਆਰੇ ਭੈਣੋ ਭਰਾਵੋ, ਪ੍ਰਭੂ ਦੀ ਉਪਾਸਨਾ ਦੇ ਵਿੱਚ ਵਧੋ ਔਰ ਇਸੇ ਤਰ੍ਹਾਂ ਐਤਵਾਰ ਦੀ ਸੰਗਤ ਦੇ ਵਿੱਚ ਵੀ ਲਗਾਤਾਰ ਪਰਮੇਸ਼ਵਰ ਦੀ ਉਪਾਸਨਾ ਦੇ ਵਿੱਚ ਸ਼ਾਮਿਲ ਹੋਵੋ। ਕਦੀ ਵੀ ਛੁੱਟੀ ਨਾ ਕਰੋ, ਪਰਮੇਸ਼ਵਰ ਦੇ ਨਾਲ ਜੁੜ ਜਾਓ ਔਰ ਦੇਖੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਤੇ ਕਮਾਲ ਦੇ ਉਹ ਕੰਮ ਵੇਖੋਗੇ ਜਿਹੜੇ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ 'ਚ ਕਰਨਾ ਚਾਹੁੰਦਾ ਹੈ। ਇਹ ਮੇਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਕੰਮ ਪਰਮੇਸ਼ਵਰ ਕਰਨ ਜਾ ਰਿਹਾ, ਬਹੁਤ ਵੱਡੇ ਕੰਮ, ਵੱਡੇ ਮੋਜ਼ਦੇ ਹੋਣਗੇ ਤੁਹਾਡੀ ਜ਼ਿੰਦਗੀ 'ਚ। ਪਰਮੇਸ਼ਵਰ ਦਾ ਆਤਮਾ ਤੁਹਾਨੂੰ ਚਲਾਉਣਾ ਚਾਹੁੰਦਾ ਹੈ। ਸੋ ਗੋਡ ਬਲੈਸ ਯੂ। ਪ੍ਰਭੂ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਬਹੁਤ ਸਾਰੀਆਂ ਗੱਲਾਂ ਨੇ, ਮੈਂ ਚਾਹੁੰਦਾ ਕਿ ਪਰਮੇਸ਼ਵਰ ਦੀ ਉਪਾਸਨਾ 'ਚ ਬਣੇ ਰਹੋ। ਗੋਡ ਬਲੈਸ ਯੂ। ਸ਼ਾਲੋਮ।